क्योंकि 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਉਸ ਦਿਨ ਵੀ ਅਕਾਲੀ ਦਲ ਦੁਆਰਾ 3 ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਕਿ ਵੀ ਅਕਾਲੀ ਦਲ ਦੁਆਰਾ ਉਹਨਾਂ ਦਾ ਜੋ ਸੰਘਰਸ਼ ਆ ਉਸ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਕੋਲ ਬਾਰ-ਬਾਰ ਗੱਲ ਉਠਾਈ ਗਈ ਕਿ ਕਿਸਾਨ ਇਤਰਾਜ਼ ਕਰਦੇ ਨੇ, ਕਿਸਾਨ ਵਿਰੋਧ ਕਰਦੇ ਨੇ। ਪਹਿਲਾਂ ਉਹਨਾਂ ਦੀ ਤਸੱਲੀ ਕਰਾਓ, ਉਹਨਾਂ ਨੂੰ ਰਾਜੀ ਕਰੋ, ਫਿਰ ਆਪਾਂ ਇਸ ਬਿੱਲਾਂ ਦੇ ਇਸ ਆਰਡੀਨੈਂਸ ਦੇ ਸੰਬੰਧ ਫਿਰ ਆਪਾਂ ਅੱਗੇ ਵਧੀਏ। ਪਰ ਉਹਨਾਂ ਨੇ ਸੁਣੀ ਨਹੀਂ। ਕਿਸਾਨ ਜਿਸ ਇੱਕ ਕੰਪਨੀ ਦਾ ਖਾਸ ਕਰ ਘਰਾਓ ਕਰ ਰਹੇ ਨੇ ਤੇ ਉਸੇ ਕੰਪਨੀ ਦੇ ਜਿਹੜੇ 2 ਪੈਟਰੋਲ ਪੰਪ ਨੇ ਉਹ ਬਾਦਲ ਪਰਿਵਾਰ ਕੋਲ ਨੇ, ਤਾਂ ਕੀ ਲੱਗਦਾ ਅਕਾਲੀ ਦਲ ਉਸ ਚੀਜ਼ ਦੀ ਕੁਰਬਾਨੀ ਦੇਊਗਾ? ਖਾਸ ਕਰ ਭਗਵੰਤ ਮਾਨ ਦੀ ਉਹਨਾਂ ਦਾ ਕਹਿਣਾ ਵੀ ਤੁਹਾਡੇ ਦੁਆਰਾ ਜੋ ਗਵਰਨਰ ਨੂੰ ਮੰਗ ਪੱਤਰ ਦੇਣਾ ਸੀਗਾ ਵੀ ਇਹ ਤਾਂ ਉਹ ਗੱਲ ਹੋਈ ਵੀ ਪ੍ਰਿੰਸੀਪਲ ਦੀ ਸ਼ਿਕਾਇਤ ਜਿਵੇਂ ਸਕੂਲ ਦੇ ਡੀਪੀ ਨੂੰ ਕਰਨੀ ਹੋਵੇ। ਠੀਕ ਆ, ਸ਼ੁਕਲ ਸ਼ਕਲ ਕਰਦਾ, ਲੋਕ ਹੱਸਦੇ ਆ, ਉਹਦੀਆਂ ਗੱਲਾਂ ਤੇ ਉੱਥੇ ਤੱਕ ਠੀਕ ਆ। ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਵਿਦੇਸ਼ ਮਾਮਲਿਆਂ ਦੀ ਕਮੇਟੀ ਆ ਉਸ ਦਾ ਮੈਂਬਰ ਨਿਯੁਕਤ ਕੀਤਾ ਗਿਆ, ਕੀ ਲੱਗਦਾ ਉੱਥੇ ਵੀ ਕੁਰਬਾਨੀ ਦਿੱਤੀ ਜਾਊ? ਤਾਂ ਬਾਦਲ ਸਾਹਿਬ ਖੁਦ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ ਇਸ ਬਾਰੇ ਵੀ ਜਿਹੜੇ ਕਾਨੂੰਨ ਨੇ ਉਹ ਵਾਪਸ ਕੀਤੇ ਜਾਣ ਜਾਂ ਕੋਈ ਅਮੈਂਡਮੈਂਟ ਕੀਤੀ ਜਾਵੇ? ਅੱਜ ਵੀ ਸਮਾਂ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਫਸਰ ਉਹ ਕਹਿ ਰਿਹਾ ਕਿ ਜਿਹੜਾ ਮਿਨਿਸਟਰ ਆ ਮੇਰਾ ਕਰਪਟ ਆ, ਮੇਰੇ ਮਿਨਿਸਟਰ ਨੇ ਜਿਹੜੇ ਐਸਸੀ ਸਕਾਲਰਸ਼ਿਪ ਦੇ ਫੰਡਸ ਆ ਉਹਨਾਂ ਦੀ ਹੇਰਾ ਫੇਰੀ ਕੀਤੀ ਆ, ਤੇ ਫਿਰ ਇਸ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਆ? ਸਾਧੂ ਸਿੰਘ ਧਰਮਸੋਤ ਸ਼ਰੇਆਮ ਇਹਦੇ 'ਚ ਇਨਵੋਲਡ ਆ ਕਰਕੇ ਸਾਧੂ ਸਿੰਘ ਧਰਮਸੋਤ ਕੋ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਆਪਣਾ ਡਿਪਾਰਟਮੈਂਟ ਨਹੀਂ ਚਲਾ ਰਹੇ। ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ 'ਚ ਸਿਆਸਤ ਗਰਮਾਈ ਹੋਈ ਹੈ। ਇਸੇ ਦੇ ਵਿਚਕਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਜ਼ੀਫਾ ਘੁਟਾਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਆ। ਤਾਂ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਨੇ। ਵਡਾਲਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜੋ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਗਈ ਹੈ? ਇਹ ਇੱਕ ਪੋਚਾ ਪਾਉਣ ਦੀ ਕੋਸ਼ਿਸ਼ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ। ਪਹਿਲਾਂ ਵੀ ਜਦੋਂ ਚੀਫ ਸੈਕਟਰੀ ਨੇ 3 ਸੀਨੀਅਰ IAS ਅਫਸਰਸ ਦੀ ਕਮੇਟੀ ਬਣਾਈ ਸੀ, ਉਦੋਂ ਵੀ ਸਾਨੂੰ ਇਹ ਸ਼ੰਕਾ ਸੀ ਕਿ ਇਸ ਕਮੇਟੀ ਦੇ ਵਿੱਚੋਂ ਕੋਈ ਜਿਹੜਾ ਸਾਰਥਿਕ ਪੋਜ਼ਿਟਿਵ ਸਿੱਟਾ ਨਹੀਂ ਨਿਕਲਣਾ। ਅਗਰ ਇੱਕ ਚੀਫ ਸੈਕਟਰੀ ਰੈਂਕ ਦਾ ਜਿਹੜਾ ਹੈਗਾ ਆ ਆਫਿਸਰ ਉਹ ਕਹਿ ਰਿਹਾ ਕਿ ਜਿਹੜਾ ਮਿਨਿਸਟਰ ਆ ਮੇਰਾ ਕਰਪਟ ਆ, ਮੇਰੇ ਮਿਨਿਸਟਰ ਨੇ ਜਿਹੜੇ ਐਸਸੀ ਸਕਾਲਰਸ਼ਿਪ ਦੇ ਫੰਡਸ ਆ ਉਹਨਾਂ ਦੀ ਹੇਰਾ ਫੇਰੀ ਕੀਤੀ ਆ, ਤੇ ਫਿਰ ਇਸ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਆ? ਜਾਂ ਤਾਂ ਉਹ ਜਿਹੜਾ ਹੈਗਾ IAS ਅਫਸਰ ਝੂਠ ਬੋਲਦਾ ਸੀ, ਉਹ ਗਲਤ ਆ, ਫਿਰ ਕੈਪਟਨ ਸਾਹਿਬ ਨੂੰ ਉਹਦੇ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਲੋੜ ਸੀਗੀ, ਤੇ ਜਾਂ ਫਿਰ ਸਾਧੂ ਸਿੰਘ ਧਰਮਸੋਤ ਵਿੱਚ ਕੋਈ ਆਪਣੇ ਖਾਮੀ ਸੀਗੀ। ਲੇਕਿਨ ਉਹਨਾਂ ਨੇ ਕਿਸੇ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ। ਚਾਹੀਦਾ ਇਹ ਸੀਗਾ ਕਿ ਸਾਧੂ ਸਿੰਘ ਧਰਮਸੋਤ ਰਿਜ਼ਾਈਨ ਕਰਨ ਤੋਂ ਬਾਅਦ ਇਨਕੁਆਇਰੀ ਹੁੰਦੀ, ਪਾਰਦਰਸ਼ੀ ਤਰੀਕੇ ਨਾਲ ਹੁੰਦੀ, ਟਰਾਂਸਪੇਰੈਂਸੀ ਨਾਲ ਹੁੰਦੀ ਇਨਕੁਆਇਰੀ ਇਹ, ਤਾਂ ਕਿ ਲੋਕਾਂ ਨੂੰ ਯਕੀਨ ਵੱਧ ਜਾਂਦਾ ਕਿ ਕੈਪਟਨ ਸਾਹਿਬ ਨੇ ਇਹ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਇਆ। ਵਡਾਲਾ ਸਾਹਿਬ, ਇੱਕ ਪਾਸੇ ਕੇਂਦਰ ਸਰਕਾਰ ਦੁਆਰਾ ਵੀ ਟੀਮ ਬਣਾਈ ਗਈ ਹੈ ਜਾਂਚ ਕਰਨ ਦੇ ਲਈ, ਕੀ ਲੱਗਦਾ ਤੁਹਾਨੂੰ ਉਸ ਤੇ ਭਰੋਸਾ ਹੈ? ਹਾਲਾਂਕਿ ਜਿਹੜੀ ਪੰਜਾਬ ਸਰਕਾਰ ਦੁਆਰਾ ਟੀਮ ਬਣਾਈ ਗਈ ਸੀ ਉਸ ਨਾਲ ਤਾਂ ਕਲੀਨ ਚਿੱਟ ਦੇ ਦਿੱਤੀ ਗਈ। ਦੇਖੋ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਡੈਲੀਗੇਸ਼ਨ ਮਿਲਣ ਗਏ ਨੇ ਜਿਹੜੇ ਆਪਣੇ ਸਮਾਜ ਭਲਾਈ ਮਿਨਿਸਟਰ ਸੈਂਟਰਲ ਕੈਬਨਿਟ ਵਿੱਚ ਨੇ ਉਹਨਾਂ ਨੂੰ, ਤਾਂ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਅਸੀਂ ਆਪਣੇ ਤੌਰ 'ਤੇ ਵੀ ਇਹਦੀ ਇਨਕੁਆਇਰੀ ਕਰਾਵਾਂਗੇ, ਅਤੇ ਜਦੋਂ ਇਨਕੁਆਇਰੀ ਹੋਊਗੀ ਸਾਨੂੰ ਆਪਣੀ ਜਿਹੜੀ ਸੈਂਟਰਲ ਗੌਰਮੈਂਟ ਦੀ ਆਪਣੀ ਇਨਕੁਆਇਰੀ ਟੀਮ ਆ ਉਹ 'ਤੇ ਅਸੀਂ ਯਕੀਨ ਕਰਦੇ ਹਾਂ ਕਿ ਉਹ ਜ਼ਰੂਰ ਇਹਦਾ ਜਿਹੜਾ ਸਹੀ ਸਿੱਟਾ ਕੱਢੂਗੀ ਕਰਕੇ ਉਹਨਾਂ ਨੇ ਭਰੋਸਾ ਦਿੱਤਾ ਆ ਅਕਾਲੀ ਦਲ ਨੂੰ, ਮਿਨਿਸਟਰ ਸਾਹਿਬ ਨੇ ਦਿੱਲੀ ਵਿੱਚ। ਸੋ ਲੇਕਿਨ ਇਹ ਆ ਵੀ ਜਿਹੜਾ ਇੱਥੇ ਹੋਇਆ ਕੰਮ, ਇਹ ਤਾਂ ਦੇਖੋ ਬੱਚਿਆਂ ਦੇ ਭਵਿੱਖ ਨਾਲ ਇੰਨਾ ਖਿਲਵਾੜ ਹੋਇਆ, ਬੱਚੇ ਵਿਚਾਰੇ ਆਪਣੀ ਡਿਗਰੀਆਂ ਖਾਤਰ ਰੁਲਦੇ ਰਹੇ, ਬੱਚਿਆਂ ਦੀ ਐਡਮਿਸ਼ਨ ਨਹੀਂ ਹੋ ਸਕੀ, ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਡਿਟੇਲ ਮਾਰਕ ਸ਼ੀਟਸ ਨਹੀਂ ਮਿਲੀਆਂ, DMCs ਨਹੀਂ ਉਹਨਾਂ ਨੂੰ ਇਸ਼ੂ ਹੋਈਆਂ, ਉਹਨਾਂ ਦੀਆਂ ਆਪਣੇ ਕਾਲਜ ਨੱਪ ਕੇ ਬੈਠੇ ਸੀਗੇ ਉਹਨਾਂ ਦਾ ਜਿਹੜਾ ਸਰਟੀਫਿਕੇਟ, ਸਾਰੇ ਕੋਈ 12ਵੀਂ ਦਾ, ਕਿਸੇ ਦਾ BA ਦਾ, ਅਤੇ ਉਹ ਸਰਟੀਫਿਕੇਟ ਨਹੀਂ ਸੀ ਉਹਨਾਂ ਨੂੰ ਜਾਰੀ ਕਰਦੇ। ਕਿਉਂ? ਕਰਕੇ ਪੈਸੇ ਨਹੀਂ ਆ ਰਹੇ, ਅਤੇ ਫਿਰ ਮਤਲਬ ਬੱਚੇ ਕਿੱਥੇ ਜਾਣ ਵਿਚਾਰੇ, ਉਹਨਾਂ ਦੇ ਪਰਿਵਾਰਾਂ ਕੋਲ ਕਮਾਈ ਦਾ ਸਾਧਨ ਹੈਗਾ। ਸੋ ਇਹ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਨੇ ਗਰੀਬਾਂ ਨਾਲ, SC ਭਾਈਚਾਰਿਆਂ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਇਹਦੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਨੇ। ਸਾਧੂ ਸਿੰਘ ਧਰਮਸੋਤ ਸ਼ਰੇਆਮ ਇਹਦੇ 'ਚ ਇਨਵੋਲਡ ਆ ਕਰਕੇ ਸਾਧੂ ਸਿੰਘ ਧਰਮਸੋਤ ਕੋ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਆਪਣਾ ਡਿਪਾਰਟਮੈਂਟ ਨਹੀਂ ਚਲਾ ਰਹੇ। ਅੱਗੇ ਵੀ ਉੱਥੇ ਚੰਡੀਗੜ੍ਹ ਵੀ ਇਸ ਗੱਲ ਦੀ ਚਰਚਾ ਆ, ਅਸੈਂਬਲੀ ਵਿੱਚ ਵੀ ਇਸ ਗੱਲ ਦੇ ਕਈ ਇੱਦਾਂ ਦੇ ਸੰਕੇਤ ਉਦੋਂ ਮਿਲਦੇ ਸੀਗੇ ਕਿ ਉੱਥੇ ਕੰਮ ਚੱਲਦਾ ਆ ਕਮਿਸ਼ਨ ਦਾ,
ਵੀ ਜਿਹੜਾ ਕੋਈ ਕਮਿਸ਼ਨ ਦਿੰਦਾ ਉਹਦਾ ਕੰਮ ਹੋ ਜਾਂਦਾ ਆ। ਐਵੇਂ ਕਿਵੇਂ ਆਪਣਾ ਸੂਬਾ ਅੱਗੇ ਵਧੂਗਾ, ਕਿਵੇਂ ਤਰੱਕੀ ਕਰੂਗੀ ਜਿਨ੍ਹਾਂ ਤੱਕ ਕਰਪਸ਼ਨ ਨੂੰ ਨਹੀਂ ਆਪਾਂ ਨੱਥ ਪਾਉਂਦੇ। ਸੋ ਇਹ ਬਹੁਤ ਇੱਕ ਕਰਪਸ਼ਨ ਦਾ ਜਿਹੜਾ ਜੀਂਦੀ ਜਾਗਦੀ ਤਸਵੀਰ, ਜਿੰਦਾ ਜਾਗਦਾ ਮੁੱਦਾ ਸੀਗਾ, ਜਿਹਨੂੰ ਹਸ਼-ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਕੈਪਟਨ ਸਾਹਿਬ ਦੀ ਸਰਕਾਰ ਨੇ, ਲੇਕਿਨ ਲੋਕ ਇਹਨੂੰ ਨਹੀਂ ਸਵੀਕਾਰ ਕਰਨਗੇ। ਵਡਾਲਾ ਸਾਹਿਬ, ਖੇਤੀ ਕਾਨੂੰਨਾਂ ਦੀ ਗੱਲ ਕਰਾਂਗੇ। ਤੁਹਾਡੇ ਦੁਆਰਾ, ਅਕਾਲੀ ਦਲ ਦੁਆਰਾ ਤਿੰਨੇ ਤਖਤਾਂ ਤੋਂ ਜਿਹੜਾ ਕਿਸਾਨ ਮਾਰਚ ਕੱਢਿਆ ਗਿਆ, ਕੀ ਲੱਗਦਾ ਕਿੰਨਾ ਕੁ ਹੁੰਗਾਰਾ ਮਿਲਿਆ? ਇਸ ਬਾਰੇ ਕੀ ਕਹੋਗੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆ ਤੇ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਹਿੱਤਾਂ ਦੀ ਵਾਸਤੇ ਆਪਣੇ ਜੂਝੇ ਨੇ, ਸੰਘਰਸ਼ ਕੀਤਾ ਹੈ ਤੇ ਸਦਾ ਹੀ ਉਹਨਾਂ ਦੀ ਜਿਹੜੀ ਗੱਲ ਠੋਕ ਵਜਾ ਕੇ ਕਹੀ ਆ। ਤੇ ਜਦੋਂ ਇਹ ਆਰਡੀਨੈਂਸ ਆਏ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ, ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਕੇਂਦਰ ਦੀ ਜਿਹੜੀ ਸਰਕਾਰ ਆ, ਉੱਥੇ ਦੇ ਮੰਤਰੀ ਆ, ਵਜ਼ੀਰਾਂ ਨੂੰ ਸਮਝਾਇਆ ਜਾਵੇ, ਪਰ ਨਹੀਂ ਸਮਝੇ। ਆਖਰ ਨੂੰ ਉਹਨਾਂ ਨੂੰ ਸਰਕਾਰ ਛੱਡਣੀ ਪਈ, ਅਸਤੀਫਾ ਦੇਣਾ ਪਿਆ, ਇਹਨਾਂ ਬਿੱਲਾਂ ਦੇ ਵਿਰੁੱਧ ਵੋਟ ਪਾਉਣੀ ਪਈ। ਤੇ ਉਸ ਤੋਂ ਬਾਅਦ ਫਿਰ ਅਸੀਂ ਜੇ ਹੁਣ ਕਿਸਾਨਾਂ ਦੇ ਲਈ ਖੜੇ ਹਾਂ, ਅਸੀਂ ਕਿਸਾਨਾਂ ਵਾਸਤੇ ਪੂਰਾ ਸੰਘਰਸ਼ ਕਰਨ ਨੂੰ ਤਿਆਰ ਹੈ, ਕਰਾਂਗੇ, ਤਾਂ ਫਿਰ ਪਹਿਲਾਂ ਧਰਨੇ ਦਿੱਤੇ, ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਪੰਜਾਬ ਜਾ ਕੇ ਉਹਨਾਂ ਨੇ ਮੀਟਿੰਗਾਂ ਕਰਕੇ ਕਾਡਰ ਨੂੰ ਲਾਮਬੰਦ ਕੀਤਾ, ਆਰਗੇਨਾਈਜ਼ ਕੀਤਾ ਵਰਕਰਾਂ ਨੂੰ। ਉਸ ਤੋਂ ਬਾਅਦ 1 ਤਰੀਕ ਨੂੰ ਕਿਸਾਨ ਮਾਰਚ 3 ਤਖਤ ਸਾਹਿਬਾਨਾਂ ਤੋਂ ਨਿਕਲਿਆ, ਜਿਹੜਾ ਚੰਡੀਗੜ੍ਹ ਗਿਆ। ਉਹਨੂੰ ਵਰਕਰਾਂ ਦੀ ਬਹੁਤ ਜਿਹੜਾ ਹੁੰਗਾਰਾ ਮਿਲਿਆ, ਬਹੁਤ ਸਪੋਰਟ ਸੀ, ਬੜਾ ਜਜ਼ਬਾ ਸੀ ਵਰਕਰਾਂ 'ਚ। ਉੱਦਣ ਬੜੇ ਹੁਮ-ਹੁਮਾ ਕੇ ਹਜ਼ਾਰਾਂ ਗੱਡੀਆਂ ਦੇ ਕਾਫਲੇ ਦੇ ਨਾਲ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ, ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਨਾਲ ਤੇ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਦੇ ਨਾਲ ਵੱਖਰੇ ਵੱਖਰੇ ਤਖਤ ਸਾਹਿਬਾਨਾਂ ਤੋਂ ਚੰਡੀਗੜ੍ਹ ਗਏ। ਤੇ ਉੱਥੇ ਉਦਣ ਤਕਰੀਬਨ ਕਹਿ ਸਕਦੇ ਹਾਂ ਕਿ ਪੰਜਾਬ ਸਾਰਾ ਤੁਰ ਪਿਆ ਸੀਗਾ ਕਿਸਾਨਾਂ ਨਾਲ। ਵਡਾਲਾ ਸਾਹਿਬ, ਇਸ 'ਚ ਚਲੋ ਕੋਈ ਸ਼ੱਕ ਨਹੀਂ ਵੀ ਅਕਾਲੀ ਦਲ ਜਿਹੜੇ ਵਰਕਰ ਸੀ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਪਰ ਦੂਸਰੇ ਪਾਸੇ ਜੇਕਰ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਜਾਵੇ, ਖਾਸ ਕਰ ਭਗਵੰਤ ਮਾਨ ਦੀ, ਉਹਨਾਂ ਦਾ ਕਹਿਣਾ ਵੀ ਤੁਹਾਡੇ ਦੁਆਰਾ ਜੋ ਗਵਰਨਰ ਨੂੰ ਮੰਗ ਪੱਤਰ ਦੇਣਾ ਸੀਗਾ, ਵੀ ਇਹ ਤਾਂ ਉਹ ਗੱਲ ਹੋਈ ਵੀ ਪ੍ਰਿੰਸੀਪਲ ਦੀ ਸ਼ਿਕਾਇਤ ਜਿਵੇਂ ਸਕੂਲ ਦੇ ਡੀਪੀ ਨੂੰ ਕਰਨੀ ਹੋਵੇ। ਇਸ ਬਾਰੇ ਕੀ ਕਹੋਗੇ? ਨਹੀਂ, ਦੇਖੋ, ਇਹ ਇੱਕ ਆਪਣਾ ਲੋਕਤੰਤਰ ਵਿੱਚ ਇੱਕ ਆਪਣੇ ਸਿਸਟਮ ਆ, ਢਾਂਚਾ ਆ। ਜੇ ਹੁਣ ਇੱਕ ਕੇਂਦਰ ਸਰਕਾਰ ਆ ਤੇ ਆਪਣੇ ਦੇਸ਼ ਦੇ ਜਿਹੜੇ ਆਪਣੇ ਹੈੱਡ ਨੇ ਉਹ ਹੈਗੇ ਰਾਸ਼ਟਰਪਤੀ ਜੀ। ਰਾਸ਼ਟਰਪਤੀ ਜੀ ਕੋ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਗਏ, ਉਹਨਾਂ ਨੂੰ ਵੀ ਕਿਹਾ, ਜਦੋਂ ਉਹਨਾਂ ਨੇ ਬਿੱਲਾਂ 'ਤੇ ਸਾਈਨ ਨਹੀਂ ਸੀ ਕੀਤੇ ਵੀ ਨਾ ਸਾਈਨ ਕਰਿਓ, ਫਿਰ ਉਹਨਾਂ ਦੇ ਬਿੱਲਾਂ 'ਤੇ ਸਾਈਨ ਕਰਤੇ। ਫਿਰ ਅਸੀਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਜਾ ਕੇ ਇਹਦੇ ਬਾਰੇ ਕਹਿਣਾ ਨਿਗਾ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਵਿਰੋਧ ਕਰ ਰਹੇ ਇਹਨਾਂ ਦਾ। ਨਾਲੇ ਇਹ ਜਿਹੜਾ ਮਸਲਾ ਇਹ ਸੰਬੰਧ ਰੱਖਦਾ ਕੇਂਦਰ ਸਰਕਾਰ ਨਾਲ, ਤੇ ਗਵਰਨਰ ਸਾਹਿਬ ਨੂੰ ਇਹ ਜਿਹੜਾ ਆਪਣਾ ਮੈਮੋਰੈਂਡਮ ਦੇਣਾ, ਜਿਹੜਾ ਇਤਰਾਜ਼ ਜਤਾਉਣਾ, ਬਿਲਕੁਲ ਸਹੀ ਆਪਣੇ ਸੀਗਾ ਤਰੀਕਾ, ਸਹੀ ਆਪਣੇ ਉਹ ਸੀਗਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦਾ। ਭਗਵੰਤ ਸਿੰਘ ਮਾਨ 20 ਵਾਰੀ ਜੋ ਮਰਜ਼ੀ ਕਹੀ ਜਾਵੇ, ਉਹਦੇ ਕਹਿਣ ਨੂੰ ਕੀ ਆ, ਉਹ ਤਾਂ ਟੋਟ ਕੇ ਮਾਰਦਾ ਤੇ ਚੁਟਕਲੇ ਸੁਣਾਉਂਦਾ। ਦੇਖੋ, ਸਿਆਸਤ ਬੜੀ ਸੀਰੀਅਸ ਇਹ ਹੈਗਾ ਆ, ਮਾਹੌਲ 'ਚ ਹੁੰਦੀ ਆ। ਕੋਈ ਆਪਣੇ ਗਾਣੇ ਸੁਣਾ ਕੇ ਜਾਂ ਕੋਈ ਸ਼ੇਰੋ ਸ਼ਾਇਰੀ ਦੇ ਨਾਲ ਸਿਆਸਤ ਨਹੀਂ ਹੁੰਦੀ। ਤੇ ਇਸ ਕਰਕੇ ਭਗਵੰਤ ਸਿੰਘ ਮਾਨ ਆਪ ਗੁੰਮਰਾਹ ਆਪਣੇ ਹੋ ਰਿਹਾ, ਉਹਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਅਗਰ ਅਕਾਲੀ ਦਲ ਸੰਘਰਸ਼ ਕਰ ਰਿਹਾ, ਤੁਸੀਂ ਵੀ ਕਰੋ, ਤੁਸੀਂ ਵੀ ਤਾਂ ਗਏ ਆ ਚੰਡੀਗੜ੍ਹ, ਤੁਹਾਨੂੰ ਕਿੰਨਾ ਹੁੰਗਾਰਾ ਮਿਲਿਆ, ਤੁਹਾਡੇ ਨਾਲ ਕਿੰਨੇ ਕੁ ਲੋਕ ਗਏ ਨੇ, ਸਾਰਾ ਦਿਸਦਾ ਹੀ ਹੈ ਲੋਕਾਂ ਨੂੰ। ਸੋ ਤੁਹਾਨੂੰ ਲੋਕਾਂ ਨੇ ਨਕਾਰਤਾ। ਫਿਰ ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ ਕਿ ਜਿਹੜਾ ਤੁਹਾਡਾ ਦਿੱਲੀ ਦਾ ਮੁੱਖ ਮੰਤਰੀ ਆ ਕੇਜਰੀਵਾਲ ਸਾਹਿਬ, ਉਹਦੇ ਕੋਲ ਪੰਜਾਬ ਦੇ ਕਿਸਾਨੀ ਦੇ ਸੰਬੰਧ 'ਚ ਕੋਈ ਵਿਚਾਰਧਾਰਾ ਹੈਗੀ ਆ? ਕਦੀ ਉਹਨੇ ਆਪਣੇ ਕਿਸਾਨੀ ਦੀ ਗੱਲ ਆਖੀ ਹੈ? ਕੋਈ ਉਹਨੂੰ ਆਪਣੇ ਕਿਸਾਨਾਂ ਦੇ ਮਸਲਿਆਂ ਦਾ ਪਤਾ ਕਿ ਕਿਸਾਨ ਕਿਹੜੇ ਆਪਣੇ ਔਖੇ ਸਮੇਂ 'ਚੋਂ ਗੁਜ਼ਰ ਰਹੇ ਆ, ਉਹਨਾਂ ਦੇ ਕਿਵੇਂ ਭੀੜ ਪਈ ਆ, ਕਿਵੇਂ ਕਿਸਾਨੀ ਨੂੰ ਪ੍ਰਫੁੱਲਿਤ ਕਰ ਸਕਦੇ ਆ, ਕਿਵੇਂ ਕਿਸਾਨੀ ਨੂੰ ਲਾਹੇਵੰਦ ਧੰਦਾ ਕਿਵੇਂ ਬਣਾ ਸਕਦੇ ਆ? ਕੇਜਰੀਵਾਲ ਸਾਹਿਬ ਨੇ ਦੱਸੋ ਇੱਕ ਵਾਰੀ ਵੀ ਕਿਹਾ ਹੋਵੇ? ਤੇ ਸੋ ਭਗਵੰਤ ਮਾਨ ਦਾ ਕਹਿਣਾ ਬਿਲਕੁਲ ਆਪਣੇ ਬਿਨਾਂ ਕਿਸੇ ਉਹ ਤੋਂ ਆਧਾਰ ਤੋਂ ਆ। ਉਹਨਾਂ ਨੂੰ ਇੱਦਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਠੀਕ ਆ, ਸ਼ੁਕਲ ਸ਼ਕਲ ਕਰਦਾ, ਲੋਕ ਹੱਸਦੇ ਆ, ਉਹਦੀਆਂ ਗੱਲਾਂ ਤੇ ਉੱਥੇ ਤੱਕ ਠੀਕ ਆ। ਵਡਾਲਾ ਸਾਹਿਬ, ਵਿਰੋਧੀ ਪਾਰਟੀਆਂ ਤਾਂ ਕਹਿ ਰਹੀਆਂ, ਪਰ ਜੋ ਕਿਸਾਨ ਜਥੇਬੰਦੀਆਂ ਨੇ, ਕਿਸਾਨ ਨੇ, ਉਹ ਵੀ ਖੁਦ ਕਹਿ ਰਹੀਆਂ, ਕਿਉਂਕਿ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਉਸ ਦਿਨ ਵੀ ਅਕਾਲੀ ਦਲ ਦੁਆਰਾ 3 ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਉਸ ਤੋਂ ਬਾਅਦ 1 ਸਤੰਬਰ ਨੂੰ ਜਦੋਂ 3 ਤਖਤਾਂ ਤੋਂ ਜਿਹੜਾ ਕਿਸਾਨ ਮਾਰਚ ਕੱਢਿਆ, ਉਦੋਂ ਹੀ ਜੋ ਕਿਸਾਨਾਂ ਦੁਆਰਾ ਟੋਲ ਪਲਾਜ਼ੇ ਘੇਰੇ ਜਾ ਰਹੇ ਸੀਗੇ। ਕਿਸਾਨਾਂ ਦਾ ਕਹਿਣਾ ਕਿ ਵੀ ਅਕਾਲੀ ਦਲ ਦੁਆਰਾ ਉਹਨਾਂ ਦਾ ਜੋ ਸੰਘਰਸ਼ ਆ ਉਸ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੇਖੋ ਜੀ, ਜਿਹੜਾ ਨਾ ਕਾਂਗਰਸ ਦੀ ਗਵਰਨਮੈਂਟ ਹੈ ਪੰਜਾਬ ਦੀ, ਕੈਪਟਨ ਅਮਰਿੰਦਰ ਸਿੰਘ ਜੀ ਮਿਸਗਾਈਡ ਕਰ ਰਹੇ ਆ ਕਿਸਾਨਾਂ ਨੂੰ। ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਸੀਰੀਅਸ, ਸੰਵੇਦਨਸ਼ੀਲ, ਸੈਂਸਿਟਿਵ ਮਸਲਾ ਸੀਗਾ,
ਉਹਨੂੰ ਟੋਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਨਵਾਂ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਕਿ ਉਹਨਾਂ ਨੂੰ ਕਹਿਤਾ ਵੀ MSP ਬੰਦ ਹੋ ਰਹੀ ਆ ਤੇ ਤੁਸੀਂ ਦਿੱਲੀ ਜਾ ਕੇ ਆਪਣੇ ਸੰਘਰਸ਼ ਕਰੋ, ਆਪਣੇ ਦਿੱਲੀ ਦੇ ਨਾਲ ਤੁਸੀਂ ਜਾ ਕੇ ਟਾਕਰਾ ਕਰੋ। ਠੀਕ ਆ, ਦਿੱਲੀ ਨਾਲ ਵੀ ਕਰਾਂਗੇ। ਹੁਣ ਦਿੱਲੀ ਵੀ ਜਾਣਾ ਸ਼੍ਰੋਮਣੀ ਅਕਾਲੀ ਦਲ ਨੇ, ਪਰ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਕਿਸਾਨ ਲੈ ਰਹੇ ਆ ਤੇ ਹਰ ਜਥੇਬੰਦੀ ਨੂੰ, ਚਾਹੇ ਉਹ ਪੋਲੀਟੀਕਲ ਹੋਵੇ, ਸਮਾਜਿਕ ਹੋਵੇ, ਧਾਰਮਿਕ ਹੋਵੇ, ਉਹਨਾਂ ਨੂੰ ਅਧਿਕਾਰ ਆ, ਉਹਨਾਂ ਨੂੰ ਹੱਕ ਆ ਕਿਸਾਨਾਂ ਦੇ ਨਾਲ ਖੜਨ ਦਾ। ਜੇ ਅਸੀਂ ਧਰਨੇ ਦਿੱਤੇ ਆ, ਸਾਡੇ ਅਕਾਲੀ ਦਲ ਦੇ ਜਥੇਦਾਰ, ਅਕਾਲੀ ਦਲ ਦੇ ਵਰਕਰ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੇ ਧਰਨਿਆਂ ਵਿੱਚ ਵੀ ਜਾ ਕੇ ਬੈਠੇ ਆ। ਸਾਨੂੰ ਪੁੱਛਿਆ ਉਹਨਾਂ ਨੇ ਵੀ ਅਸੀਂ ਕਿਸਾਨਾਂ ਦੇ ਧਰਨਿਆਂ ਜਾਣਾ ਸੀ ਕਿ ਜਾਓ, ਬਿਲਕੁਲ ਨਹੀਂ ਰੋਕਿਆ ਸੀ ਉਹਨਾਂ ਨੂੰ, ਤੇ ਅਸੀਂ ਆਪਣੇ ਬਤੌਰ ਪਾਰਟੀ ਦੀ ਜ਼ਿੰਮੇਵਾਰੀ ਅਸੀਂ ਨਿਭਾਈ ਆ। ਸੋ ਇਹ ਸਾਂਝਾ ਸੀਗਾ, ਚਾਹੇ ਅਕਾਲੀ ਦਲ ਦੇ ਧਰਨੇ ਸੀਗੇ, ਚਾਹੇ ਕਿਸਾਨਾਂ ਦੇ ਧਰਨੇ ਸੀਗੇ। ਕਿਸਾਨ ਅਕਾਲੀ ਨੇ, ਅਕਾਲੀ ਕਿਸਾਨ ਨੇ, ਇੱਦਾਂ ਦੀ ਗੱਲ ਆ। ਤੇ ਕਾਂਗਰਸ ਤੇ ਨਹੀਂ ਕੋਈ ਇੱਦਾਂ ਦਾ ਕੋਈ ਆਪਣੀ ਗੱਲ ਕਹਿ ਸਕਦਾ ਕਿ ਕਾਂਗਰਸੀ ਲੀਡਰ ਕਿਸਾਨੀ ਨਾਲ ਜੁੜੇ ਆ। ਬਿਲਕੁਲ ਨਹੀਂ ਜੁੜੇ ਕਾਂਗਰਸੀ ਲੀਡਰ। ਉਹਦਾ ਧਨਾੜ ਨੇ, ਅਮੀਰ ਆਪਣੇ ਬੰਦੇ ਨੇ, ਉਹ ਅਰਬਾਂਪਤੀ ਨੇ, ਕਰੋੜਾਂਪਤੀ ਨੇ। ਅਕਾਲੀ ਦਲ ਦੇ ਜਿਹੜੇ ਮੈਜੋਰਿਟੀ ਲੀਡਰਸ ਨੇ ਉਹ ਹੈਗੇ ਬਹੁਤ ਸਧਾਰਨ, ਥੱਲੇ ਉੱਠ ਕੇ ਆਏ ਨੇ ਪਿੰਡਾਂ 'ਚੋਂ। ਸੋ ਇਸ ਕਰਕੇ ਕਿਸਾਨੀ ਦਾ ਮੁੱਦਾ ਅਕਾਲੀ ਦਲ ਦੇ ਨਾਲ ਸ਼ੁਰੂ ਤੋਂ ਨਾਲ ਜੁੜਿਆ ਆ। ਅਕਾਲੀ ਦਲ ਦਾ ਬੇਸ ਕਿਸਾਨਾਂ ਵਿੱਚ ਆ ਤੇ ਅਕਾਲੀ ਦਲ ਇਸ ਐਜੀਟੇਸ਼ਨ ਨੂੰ ਕਦਾ ਚਿੱਤ ਵੀ ਆਪਣੇ ਟੋਰਪੀਡੋ ਨਹੀਂ ਕਰੂਗਾ। ਇਹ ਤਾਂ ਐਵੇਂ ਵਿਰੋਧੀ ਗੱਲਾਂ ਕਰਦੇ ਨੇ, ਕਰਕੇ ਉਹਨਾਂ ਕੋਲ ਨਾ ਤਾਂ ਕੋਈ ਸੰਘਰਸ਼ ਕਰਨ ਦਾ ਰਾਹ ਆ ਤੇ ਨਾ ਹੀ ਉਹਨਾਂ ਕੋਲ ਕੋਈ ਗੱਲ ਆਖਣ ਨੂੰ ਆ। ਇਸ ਕਰਕੇ ਉਹ ਕਹਿ ਰਹੇ ਨੇ। ਵਡਾਲਾ ਸਾਹਿਬ, ਜਿਸ ਤਰ੍ਹਾਂ ਕਿਸਾਨਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ, ਰੇਲਾਂ ਦੀਆਂ ਲਾਈਨਾਂ ਰੋਕੀਆਂ ਜਾ ਰਹੀਆਂ, ਟੋਲ ਪਲਾਜ਼ੇ ਉਹ ਘੇਰੇ ਜਾ ਰਿਹਾ, ਪੈਟਰੋਲ ਪੰਪ ਨੇ ਉਹਨਾਂ ਦਾ ਘਿਰਾਓ ਕੀਤਾ ਜਾ ਰਿਹਾ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਤਾਂ ਦੇਖੋ ਜੀ, ਆਪਾਂ ਲੋਕਤੰਤਰਿਕ ਦੇਸ਼ ਵਿੱਚ ਰਹਿ ਰਹੇ ਹਾਂ। ਜੇ ਹੁਣ ਐਡਾ ਵੱਡਾ ਜਿਹੜਾ ਹੈਗਾ ਆਪਣੇ ਸੰਘਰਸ਼ ਹੋ ਰਿਹਾ ਪੰਜਾਬ 'ਚ, ਐਡਾ ਵੱਡਾ ਹਜੂਮ ਉੱਠ ਪਿਆ, ਸਾਰਾ ਪੰਜਾਬ ਖੜਾ ਹੋ ਗਿਆ। ਚਲੋ ਕਿਸਾਨ ਤਾਂ ਖੜੇ ਹੋਏ, ਜਿਹੜੇ ਸੱਭਿਆਚਾਰਕ ਖੇਤਰ ਵਾਲੇ ਉਹ ਵੀ ਖੜ ਗਏ, ਆਪਣੇ ਗੀਤਕਾਰ ਖੜ ਗਏ, ਸੰਗੀਤਕਾਰ ਖੜ ਗਏ, ਜਿਹੜੇ ਬੁੱਧੀਜੀਵੀ ਸੀ ਉਹ ਵੀ ਨਾਲ ਖੜ ਗਏ, ਮੁਲਾਜ਼ਮ ਖੜ ਗਏ, ਇੱਥੋਂ ਤੱਕ ਮੁਲਾਜ਼ਮ ਵੀ ਖੜ ਗਏ, ਵਪਾਰੀ ਵੀ ਖੜ ਗਏ, ਆਪਣੇ ਸ਼ਹਿਰਾਂ ਦੇ ਵਪਾਰੀ, ਬਿਜ਼ਨਸਮੈਨ, ਉਹਨਾਂ ਨੇ ਵੀ ਕਹਿਤਾ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ, ਕਿਸਾਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਕਰਕੇ ਆਪਣਾ ਤਾਂ ਸਾਰੀ ਇਕਨੋਮੀ ਫਾਰਮਿੰਗ 'ਤੇ ਨਿਰਭਰ ਕਰਦੀ ਹੈ। ਸੋ ਇਸ ਕਰਕੇ ਇਹ ਜਿਹੜਾ ਐਜੀਟੇਸ਼ਨ ਹੋ ਰਿਹਾ, ਜਿੰਨਾ ਤੱਕ ਕੇਂਦਰ ਸਰਕਾਰ ਇਹਦੇ 'ਤੇ ਦੁਬਾਰਾ ਗੌਰ ਨਹੀਂ ਕਰਦੀ ਤੇ ਕਿਸਾਨਾਂ ਨੇ, ਵਿਚਾਰਿਆਂ ਨੇ ਸੰਘਰਸ਼ ਕਰਨਾ ਹੀ ਆ। ਪਰ ਸਾਨੂੰ ਇਸ ਗੱਲ ਦਾ ਬੜਾ ਹੈਰਾਨੀ ਆ ਕਿ ਕੋਵਿਡ ਦੇ ਸਮੇਂ ਦੌਰਾਨ ਮੋਦੀ ਸਾਹਿਬ ਨੂੰ ਇਹ ਜਿਹੜੇ ਅਧਿਆਦੇਸ਼ ਆ, ਆਰਡੀਨੈਂਸ ਲਿਆਉਣੇ ਨਹੀਂ ਸੀ ਚਾਹੀਦੇ। ਬਹੁਤ ਜਿਹੜਾ ਨਾ ਬੜਾ ਭਿਆਨਕ ਸਮਾਂ ਗੁਜ਼ਰ ਰਿਹਾ ਸਾਰੇ ਦੁਨੀਆ ਵਿੱਚ, ਤੇ ਇਸ ਸਮੇਂ 'ਚ ਵਿਚਾਰੇ ਦੇਖੋ ਕਿੱਦਾਂ ਬੈਠੇ ਨੇ, ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ, ਸਾਡੇ ਸਭ ਵੀਰ ਆ, ਆਪਣੇ ਭੈਣਾਂ ਆ, ਬੱਚੇ ਬੈਠੇ ਨੇ ਰੇਲਾਂ ਦੇ ਲਾਈਨਾਂ 'ਤੇ, ਸੜਕਾਂ 'ਤੇ, ਪੁਲਾਂ 'ਤੇ। ਇਹ ਹੋਣਾ ਨਹੀਂ ਸੀ ਚਾਹੀਦਾ। ਇਹ ਆਪਣੀ ਬਦਕਿਸਮਤੀ ਆ ਹਿੰਦੁਸਤਾਨ ਦੀ ਕਿ ਆਪਾਂ ਇਸ ਸਮੇਂ 'ਚੋਂ ਗੁਜ਼ਰ ਰਹੇ ਹਾਂ। ਪਰ ਜੇ ਹੁਣ ਕੋਈ ਹੋਰ ਸਾਡੇ ਕੋਲ ਚਾਰਾ ਨਹੀਂ, ਕਿਸਾਨਾਂ ਕੋਲ ਹੋਰ ਕੋਈ ਆਪਣੇ ਰਾਹ ਨਹੀਂ ਦਿਸਦਾ, ਉਹਨਾਂ ਨੇ ਤਾਂ ਫਿਰ ਐਜੀਟੇਸ਼ਨ ਤਾਂ ਕਰਨੀ ਆ। ਵਡਾਲਾ ਸਾਹਿਬ, ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਚੱਲ ਰਹੀ ਹੈ, ਕਿਸਾਨ ਨੇ ਜੋ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰ ਰਿਹਾ, ਤਾਂ ਦੂਸਰੇ ਪਾਸੇ ਖਬਰ ਸਾਹਮਣੇ ਆਈ ਕਿ ਬਾਦਲ ਪਰਿਵਾਰ ਦੇ ਵੀ 2 ਪੈਟਰੋਲ ਪੰਪ ਹੈਗੇ ਆ ਜਿਸ ਕਾਰਪੋਰੇਟ ਘਰਾਣੇ ਦਾ ਉਹ ਕਿਸਾਨ ਦੁਆਰਾ ਬਾਈਕਾਟ ਕਰ ਰਿਹਾ। ਤਾਂ ਅਕਾਲੀ ਦਲ ਹਮੇਸ਼ਾ ਕੁਰਬਾਨੀ ਦੀ ਗੱਲ ਕਰਦਾ। ਕੀ ਲੱਗਦਾ ਅਕਾਲੀ ਦਲ ਉਹ ਪੈਟਰੋਲ ਪੰਪਾਂ ਦੀ ਕੁਰਬਾਨੀ ਦੇਊਗਾ ਕਿ ਨਹੀਂ? ਦੇਖੋ, ਮੈਨੂੰ ਪਤਾ ਨਹੀਂ ਜੀ, ਤੇ ਮੈਂ ਇਹਦੇ ਮਤਲਬ ਕੁਝ ਨਹੀਂ ਕਹਿ ਸਕਦਾ। ਜਿਹੜਾ ਕਾਰੋਬਾਰ ਕਰਨਾ ਨਾ ਜੀ, ਆਪਣਾ ਕੋਈ ਹੋਰ ਪੈਟਰੋਲ ਪੰਪਾਂ ਦਾ ਜਾਂ ਕਿਸੇ ਹੋਰ ਆਪਣੇ ਖੇਤਰ ਦਾ, ਕੋਈ ਆਪਣੇ ਫੈਕਟਰੀ ਲਾਉਣੀ ਆ ਜਾਂ ਕੋਈ ਆਪਣਾ ਹੋਟਲ ਲਾਉਣਾ ਜਾਂ ਕੋਈ ਹੋਰ ਆਪਾਂ ਫਾਸਟ ਫੂਡ ਦਾ ਕੋਈ ਖੋਲ੍ਹਣਾ ਹੈ, ਕੋਈ ਸਰਵਿਸ ਇੰਡਸਟਰੀ ਦੇ ਨਾਲ ਤਾਲੁਕ ਰੱਖਣਾ, ਉਹ ਤਾਂ ਹਰ ਇੱਕ ਬੰਦਾ ਕਰ ਸਕਦਾ। ਆਪਣੇ ਬੜੇ ਕਾਂਗਰਸੀਆਂ ਕੋਲ ਪੈਟਰੋਲ ਪੰਪ ਹੈਗੇ ਆ, ਬੜੇ ਅਕਾਲੀਆਂ ਕੋਲ ਪੈਟਰੋਲ ਪੰਪ ਹੈਗੇ ਆ। ਪੈਟਰੋਲ ਪੰਪ ਤਾਂ ਪੈਟਰੋਲ ਡੀਜ਼ਲ ਆਪਣੇ ਦਿੰਦੇ ਨੇ ਲੋਕਾਂ ਨੂੰ। ਤੇ ਇਹਦੇ ਪਿੱਛੇ ਇੱਕ ਕਿਸਾਨੀ ਦਾ ਮਸਲਾ ਠੀਕ ਹੈ। ਉਹਨਾਂ ਨੇ, ਕਿਸਾਨਾਂ ਨੇ ਕਿਹਾ ਕਿ ਅਸੀਂ ਉਹ ਪੈਟਰੋਲ ਪੰਪ ਘੇਰਾਂਗੇ। ਕਿਸਾਨ ਆਪਣੀ ਜਗ੍ਹਾ 'ਤੇ ਆਪਣੇ ਜਸਟੀਫਾਈਡ ਨੇ, ਸੱਚੇ ਨੇ, ਬਟ ਉਹਦਾ ਕੋਈ ਬਾਦਲ ਸਾਹਿਬ ਦੇ ਨਾਲ ਕੋਈ ਉਹਦਾ ਕੋਈ ਸੰਬੰਧ ਨਹੀਂ ਜੁੜਦਾ। ਨਹੀਂ ਵਡਾਲਾ ਸਾਹਿਬ, ਕਿਸਾਨ ਜਿਸ ਇੱਕ ਕੰਪਨੀ ਦਾ ਖਾਸ ਕਰ ਘਰਾਓ ਕਰ ਰਹੇ ਨੇ ਤੇ ਉਸੇ ਕੰਪਨੀ ਦੇ ਜਿਹੜੇ 2 ਪੈਟਰੋਲ ਪੰਪ ਨੇ ਉਹ ਬਾਦਲ ਪਰਿਵਾਰ ਕੋਲ ਨੇ, ਤਾਂ ਕੀ ਲੱਗਦਾ ਅਕਾਲੀ ਦਲ ਉਸ ਚੀਜ਼ ਦੀ ਕੁਰਬਾਨੀ ਦੇਊਗਾ? ਇਹ ਤਾਂ ਮੈਂ ਕੀ ਕਹਿ ਸਕਦਾ ਜੀ, ਕਰਕੇ ਮੈਨੂੰ ਪਤਾ ਨਹੀਂ ਜੀ ਬਾਦਲ ਸਾਹਿਬ ਕੋ ਕਿਹੜੀ ਕੰਪਨੀ ਦੇ ਪੈਟਰੋਲ ਪੰਪ ਆ। ਮੈਂ ਤੁਹਾਡੇ ਤੋਂ ਪਹਿਲੀ ਵਾਰੀ ਗੱਲ ਸੁਣੀ ਆ। ਸੋ ਮੇਰਾ ਇੱਥੇ ਕੋਈ ਨਾ ਇਹਦੇ ਬਾਰੇ ਕੋਈ
ਜਿਹੜਾ ਆਪਣੇ ਗੱਲ ਕਰਨੀ ਉਹ ਵਾਜਬ ਨਹੀਂ ਹੈਗੀ। ਆਮ ਸੌਰੀ, ਮੈਨੂੰ ਪਤਾ ਨਹੀਂਗਾ ਇਸ ਬਾਰੇ, ਇਸ ਕਰਕੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਵਡਾਲਾ ਸਾਹਿਬ, ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਅਕਸਰ ਕਿਹਾ ਜਾਂਦਾ ਸੀ ਵੀ ਕੱਦ ਬਹੁਤ ਵੱਡਾ ਸਿਆਸਤ ਦਾ, ਜੋ ਮੋਦੀ ਸਾਹਿਬ ਨੇ ਉਹਨਾਂ ਦੀ ਗੱਲ ਬਹੁਤ ਮੰਨਦੇ ਨੇ। ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਇੱਕ ਵਕਤ ਅਜਿਹਾ ਸੀ ਜਦੋਂ ਉਹ ਇਹ ਬਿੱਲਾਂ ਦੀ ਵਕਾਲਤ ਕਰ ਰਹੇ ਸਨ, ਪਰ ਹੁਣ ਜਿਹੜਾ ਉਹਨਾਂ ਦਾ ਬਿਆਨ ਆਇਆ ਵੀ ਟਕਰਾਅ ਨਾ ਪੈਦਾ ਕੀਤੀ ਜਾਵੇ, ਸਹਿਮਤੀ ਨਾਲ ਜਿਹੜਾ ਸਾਰਾ ਮਸਲਾ ਹੱਲ ਕੀਤਾ ਜਾਵੇ। ਕੀ ਲੱਗਦਾ ਬਾਦਲ ਸਾਹਿਬ ਖੁਦ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ ਇਸ ਬਾਰੇ ਵੀ ਜਿਹੜੇ ਕਾਨੂੰਨ ਨੇ ਉਹ ਵਾਪਸ ਕੀਤੇ ਜਾਣ ਜਾਂ ਕੋਈ ਅਮੈਂਡਮੈਂਟ ਕੀਤੀ ਜਾਵੇ? ਬਹੁਤ ਚੰਗਾ ਸਵਾਲ ਪੁੱਛਿਆ ਤੁਸੀਂ। ਇਹ ਬੜਾ ਆਪਣੇ ਹੈਗਾ ਆ, ਜਿਹੜਾ ਨਾ ਇੱਦਾਂ ਦੇ ਸਮੇਂ 'ਚ ਇਹਦੀ ਬੜੀ ਹੈਗੀ ਆ ਇੰਪੋਰਟੈਂਸ, ਮਹੱਤਤਾ ਆ। ਇਹ ਆ ਕਿ ਅਸੀਂ ਪਹਿਲਾਂ ਸੋਚਦੇ ਸੀਗੇ ਕਿ ਜਦੋਂ ਇਹ ਆਰਡੀਨੈਂਸਸ ਦੀ ਚਰਚਾ ਸੀ, ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਬਾਦਲ ਸਾਹਿਬ ਨੂੰ ਬੁਲਾ ਕੇ ਤਾਂ ਇਹਨਾਂ ਨਾਲ ਗੱਲ ਕਰਨਗੇ ਵੀ ਉਹਨਾਂ ਬਾਰੇ ਕਰਕੇ। ਬਾਦਲ ਸਾਹਿਬ ਬਹੁਤ ਉੱਚੇ ਕੱਦ ਦੇ ਕਿਸਾਨੀ ਲੀਡਰ ਨੇ ਤੇ ਉਹਨਾਂ ਦੀ ਰਾਏ ਲੈਣਗੇ। ਤੇ ਬਾਦਲ ਸਾਹਿਬ ਨੂੰ ਉਹਨਾਂ ਨੇ ਬੁਲਾਇਆ ਨਹੀਂ। ਸੁਖਬੀਰ ਸਿੰਘ ਬਾਦਲ ਉੱਥੇ ਗਏ, ਸਰਦਾਰ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ। ਅਕਾਲੀ ਦਲ ਵੱਲੋਂ ਇਹ ਜਿਹੜੀ ਕੇਂਦਰ ਸਰਕਾਰ ਕੋਲ ਬਾਰ-ਬਾਰ ਗੱਲ ਉਠਾਈ ਗਈ ਕਿ ਕਿਸਾਨ ਇਤਰਾਜ਼ ਕਰਦੇ ਨੇ, ਕਿਸਾਨ ਵਿਰੋਧ ਕਰਦੇ ਨੇ, ਪਹਿਲਾਂ ਉਹਨਾਂ ਦੀ ਤਸੱਲੀ ਕਰਾਓ, ਉਹਨਾਂ ਨੂੰ ਰਾਜੀ ਕਰੋ, ਫਿਰ ਆਪਾਂ ਇਸ ਬਿੱਲਾਂ ਦੇ, ਇਸ ਆਰਡੀਨੈਂਸ ਦੇ ਸੰਬੰਧ ਫਿਰ ਆਪਾਂ ਅੱਗੇ ਵਧੀਏ। ਪਰ ਉਹਨਾਂ ਨੇ ਸੁਣੀ ਨਹੀਂ। ਲੇਕਿਨ ਅੱਜ ਵੀ ਸਮਾਂ, ਮੈਂ ਸਮਝਦਾ ਕਿ ਤੁਸੀਂ ਬੜੀ ਚੰਗੀ ਗੱਲ ਆਖੀ, ਜੋ ਬਾਦਲ ਸਾਹਿਬ ਦਾ ਅੱਜ ਬਿਆਨ ਆ ਕਿ ਜਿਹੜੇ ਬਹੁਤ ਸੈਂਸਿਟਿਵ, ਬੜੇ ਇੰਪੋਰਟੈਂਟ ਇਸ਼ੂਜ਼ ਹੁੰਦੇ ਨੇ, ਜਿਹੜੇ ਸਾਰੇ ਦੇਸ਼ ਨਾਲ, ਸਾਰੇ ਸਮਾਜ ਨਾਲ ਸੰਬੰਧ ਰੱਖਣ ਵਾਲੇ ਹੁੰਦੇ ਆ, ਉਹਨਾਂ ਨੂੰ ਆਮ ਸਹਿਮਤੀ ਨਾਲ, ਆਮ ਰਾਏ ਦੇ ਨਾਲ ਉਹਨਾਂ ਦੇ ਕੋਈ ਫੈਸਲਾ, ਚਾਹੇ ਕੇਂਦਰ ਦੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ, ਉੱਦਾਂ ਲੈਣਾ ਚਾਹੀਦਾ ਆ, ਆਪਣੇ ਕੰਸੈਂਸਸ ਬਣਾ ਕੇ, ਨਾ ਕਿ ਟਕਰਾਅ ਵਾਲੀ ਸਥਿਤੀ ਨਹੀਂ ਚਾਹੀਦੀ। ਟਕਰਾਅ ਵਾਲੀ ਸਥਿਤੀ ਦਾ ਸਦਾ ਹੀ ਨੁਕਸਾਨ ਹੋਇਆ, ਆਪਣੇ ਸਰਕਾਰ ਦਾ ਵੀ ਹੁੰਦਾ, ਸਮਾਜ ਦਾ ਵੀ ਹੁੰਦਾ, ਲੋਕਾਂ ਦਾ ਵੀ ਹੁੰਦਾ। ਸੋ ਬਾਦਲ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਵਾਲੀ ਗੱਲ ਆਖੀ ਆ ਕਿ ਕੰਸੈਂਸਸ ਨਾਲ ਫੈਸਲੇ ਕਰੋ। ਐਂਡ ਬਹੁਤ ਸਹੀ ਆਖਿਆ ਬਾਦਲ ਸਾਹਿਬ ਨੇ। ਅੱਜ ਵੀ ਸਮਾਂ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅੱਜ ਵੀ ਅਗਰ ਆਪਾਂ ਇਹ 'ਤੇ ਦੁਬਾਰਾ ਨਜ਼ਰਸ਼ਾਨੀ ਕਰੀਏ ਤੇ ਆਪਾਂ ਆਮ ਸਹਿਮਤੀ ਬਣਾ ਕੇ ਕਿਸਾਨਾਂ ਨੂੰ ਰਾਜੀ ਕਰ ਲਈਏ, ਤਸੱਲੀ ਉਹਨਾਂ ਦੀ ਕਰਾ ਦਈਏ, ਸਾਰਾ ਕੁਝ ਠੀਕ ਠਾਕ ਆ। ਸੋ ਬਾਦਲ ਸਾਹਿਬ ਨੇ ਜੋ ਆਖਿਆ ਸਹੀ ਆਖਿਆ। ਵਡਾਲਾ ਸਾਹਿਬ, ਜੇਕਰ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ, ਗੱਠਜੋੜ ਆ ਉਹ ਵੀ ਟੁੱਟ ਗਿਆ। ਪਰ ਦੂਸਰੇ ਪਾਸੇ ਕਿਸਾਨਾਂ ਦੇ ਜਿਹੜੇ ਸ਼ੰਕੇ, ਆਮ ਲੋਕਾਂ ਦੇ ਸ਼ੰਕੇ ਉਵੇਂ ਬਣੇ ਹੋਏ ਆ। ਉਹ ਵਾਰ-ਵਾਰ ਕਹਿ ਰਿਹਾ ਵੀ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਵਿਦੇਸ਼ ਮਾਮਲਿਆਂ ਦੀ ਕਮੇਟੀ ਆ ਉਸ ਦਾ ਮੈਂਬਰ ਨਿਯੁਕਤ ਕੀਤਾ ਗਿਆ। ਕੀ ਲੱਗਦਾ ਉੱਥੇ ਵੀ ਕੁਰਬਾਨੀ ਦਿੱਤੀ ਜਾਊ? ਦੇਖੋ, ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਿ ਜਦੋਂ ਇਹ ਆਰਡੀਨੈਂਸ ਲੈ ਕੇ ਆਏ ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਨੇ ਕੈਬਨਿਟ ਵਿੱਚ ਉਹਦਾ ਵਿਰੋਧ ਕੀਤਾ। ਕੈਬਨਿਟ ਵਿੱਚ ਐਵੇਂ ਦੇਖੋ, ਗੱਲ ਰਿਕਾਰਡ ਤੇ ਆ, ਕੋਈ ਵੀ ਰਿਕਾਰਡ ਆਪਾਂ ਕਢਾ ਸਕਦੇ ਹਾਂ, ਇਨਫੋਰਮੇਸ਼ਨ ਲੈ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਇਹਨਾਂ ਦਾ ਨੁਕਸਾਨ ਹੋਊਗਾ ਕਿਸਾਨਾਂ ਦਾ, ਇਹ ਨਾ ਲੈ ਕੇ ਆਓ। ਲੇਕਿਨ ਚਲੋ ਉਹ ਗੱਲ ਨਹੀਂ ਸੁਣੀ ਗਈ, ਜਿਸ ਕਰਕੇ ਸਾਰਾ ਜਿਹੜਾ ਵਾਦ ਵਿਵਾਦ ਪੈਦਾ ਹੋ ਗਿਆ। ਤੇ ਜੇ ਹੁਣ ਨਹੀਂ ਸੁਣੀ ਗਈ, ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ਰੇਆਮ ਪਾਰਲੀਮੈਂਟ ਵਿੱਚ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਵੋਟ ਉਲਟ ਪਾਵਾਂਗੇ। ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਅਸਤੀਫਾ ਦਿੱਤਾ, ਐਨ ਬਿਲਕੁਲ ਆਪਣੇ ਖੜੇ ਉਤਰ ਕੇ ਸਾਰੀ ਦੁਨੀਆ ਦੇ ਸਾਹਮਣੇ ਅਸਤੀਫਾ ਦਿੱਤਾ ਆ। ਤੇ ਫਿਰ ਜੇ ਹੁਣ ਉਹ ਮੈਂਬਰ ਪਾਰਲੀਮੈਂਟ ਆ, ਹਰ ਮੈਂਬਰ ਪਾਰਲੀਮੈਂਟ ਚਾਹੇ ਕਾਂਗਰਸ ਦਾ ਆ, ਬੀਜੇਪੀ ਦਾ ਆ, ਅਕਾਲੀ ਦਲ ਦਾ ਆ ਜਾਂ ਕਿਸੇ ਹੋਰ ਪਾਰਟੀ ਦਾ, ਉਹਨਾਂ ਨੂੰ ਕਮੇਟੀਆਂ 'ਚ ਪਾਇਆ ਜਾਂਦਾ ਆ। ਕਮੇਟੀਆਂ ਦੇ ਮੈਂਬਰ ਹੋਣਾ ਕੋਈ ਇਹ ਗੱਲ ਨਹੀਂ ਹੈ ਕੋਈ ਕਿਸੇ ਦੀ ਆਪਾਂ ਤਰਫਦਾਰੀ ਕਰ ਰਹੇ ਹਾਂ ਜਾਂ ਕਿਸੇ ਦੀ ਆਪਾਂ ਉਹਨੂੰ ਆਪਣਾ ਕੋਈ ਵੱਧ ਉਹਦਾ ਕਰ ਰਹੇ ਹਾਂ, ਉਹਨੂੰ ਅਧਿਕਾਰ ਦੇ ਰਹੇ ਹਾਂ ਜਾਂ ਉਹਦੀ ਆਪਾਂ ਮਦਦ ਕਰ ਰਹੇ ਹਾਂ। ਇਹ ਰਾਈਟ ਆ ਹਰ ਮੈਂਬਰ ਪਾਰਲੀਮੈਂਟ ਦਾ ਕਿਸੇ ਨਾ ਕਿਸੇ ਕਮੇਟੀ ਵਿੱਚ ਪੈਣਾ। ਤੇ ਐਜ਼ MP ਸਰਦਾਰ ਸੁਖਬੀਰ ਸਿੰਘ ਬਾਦਲ ਵੀ ਹੋਣਗੇ ਮੈਂਬਰ, ਆਪਣੇ ਸਰਦਾਰਨੀ ਪ੍ਰਨੀਤ ਕੌਰ ਮਹਾਰਾਣੀ ਸਾਹਿਬਾ ਵੀ ਕਿਸੇ ਕਮੇਟੀ ਦੇ ਮੈਂਬਰ ਹੋਊਗੀ। ਐਵੇਂ ਜਿਵੇਂ ਕਾਂਗਰਸ ਦੇ ਹੋਣਗੇ, ਭਗਵੰਤ ਮਾਨ ਵੀ ਹੋਊਗਾ ਕਿਸੇ ਕਮੇਟੀ ਦੇ ਮੈਂਬਰ। ਇਹ ਤਾਂ ਐਵੇਂ ਗੱਲਾਂ ਕਹਿਣ ਨੂੰ ਆ। ਵਡਾਲਾ ਸਾਹਿਬ, ਮੇਰਾ ਅਖੀਰਲਾ ਸਵਾਲ ਆ, ਰਾਹੁਲ ਗਾਂਧੀ ਕੱਲ੍ਹ ਨੂੰ ਟਰੈਕਟਰ ਮਾਰਚ ਕਰ ਰਿਹਾ, ਇਸ ਬਾਰੇ ਕੀ ਕਹੋਗੇ? ਦੇਖੋ, ਰਾਹੁਲ ਗਾਂਧੀ ਨੂੰ ਆਪਣੀ ਉਹਦੀ ਜਿਹੜੀ ਹੈਗੀ ਮਰਜ਼ੀ ਆ, ਕਰ ਸਕਦਾ ਆ। ਐਜੀਟੇਸ਼ਨ ਆ ਗਿਆ ਪੰਜਾਬ 'ਚ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਆਖਰ ਉਹ ਕਾਂਗਰਸ ਦਾ ਇੱਕੋ ਘਰਾਣਾ ਆ ਜਿਹਨੇ ਸਦਾ ਹੀ ਕਾਂਗਰਸ ਤੇ ਆਪਣੇ ਕੀਤਾ, ਉਹਦਾ ਪਕੜ ਰੱਖੀ ਆ। ਚਾਹੇ ਨੁਕਸਾਨ ਕੀਤਾ ਬਹੁਤ ਉਸ ਘਰਾਣੇ ਨੇ ਪੰਜਾਬ ਦਾ, ਦੇਸ਼ ਦਾ, ਸਾਨੂੰ ਇਸ ਗੱਲ ਦਾ ਵੀ ਅਫਸੋਸ ਆ। ਤੇ ਲੇਕਿਨ ਜੇ ਹੁਣ ਆਪਾਂ ਕਹਿ ਲਓ ਵੀ ਕਿਸਾਨਾਂ ਦੀਆਂ ਜਿਹੜਾ ਆਪਣੇ ਨਾ ਅੱਖਾਂ ਪੂੰਝਾਂਗੇ, ਉਹਨਾਂ ਕੁਛ ਨਹੀਂ ਬਣਨਾ। ਜੇ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਸਿੰਸੀਅਰ ਹੁੰਦੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਆ ਇੰਨੀ ਦੇਰ ਦਾ ਜਿਹੜਾ ਹੈਗਾ ਰਾਮ ਰੌਲਾ ਚੱਲ ਰਿਹਾ, ਇੰਨੀ ਦੇਰ ਦਾ ਵਿਰੋਧ ਹੋ ਰਿਹਾ, ਤੇ ਕੈਪਟਨ ਅਮਰਿੰਦਰ ਸਿੰਘ ਦਿੱਲੀ ਕਿਉਂ ਨਹੀਂ ਗਏ? ਦਿੱਲੀ ਜਾ ਕੇ ਪ੍ਰਾਈਮ ਮਿਨਿਸਟਰ ਨੇ ਇੱਕ ਵਾਰੀ ਮੀਟਿੰਗ ਕਿਉਂ ਨਹੀਂ ਕੀਤੀ ਕੈਪਟਨ ਸਾਹਿਬ ਨੇ? ਉਦੋਂ ਕਿਉਂ ਨਹੀਂ ਕਿਹਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ?
ਕਹਿ ਕੇ ਤੇ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਵੀ ਦੇਖੋ ਮੈਂ ਕੈਪਟਨ ਨੂੰ ਉਹਨੂੰ ਕਹਿ ਕੇ ਆਇਆ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ, ਕੈਪਟਨ ਸਾਹਿਬ ਕਹਿੰਦੇ ਪੰਜਾਬੀਆਂ ਨੂੰ ਕਿ ਮੈਂ ਇਹਦਾ ਵਿਰੋਧ ਕਰਦਾ ਹਾਂ। ਇਹ ਤੋਂ ਚਿੱਠੀ ਲਿਖਤੀ, ਮੀਟਿੰਗ ਅਟੈਂਡ ਕਰਨ ਗਏ, ਉੱਥੇ ਆਪਣੇ ਨੀਤੀ ਆਯੋਗ 'ਚ ਮਨਪ੍ਰੀਤ ਬਾਦਲ ਗਿਆ, ਉੱਥੇ ਆਪਣੇ ਮਹਾਰਾਸ਼ਟਰ 'ਚ ਬੰਬੇ 'ਚ ਗਿਆ, ਮੁੰਬਈ ਮੀਟਿੰਗ ਅਟੈਂਡ ਕਰਕੇ ਆਇਆ, ਕੁਛ ਨਹੀਂ ਕਿਹਾ ਕਿ ਉਹਨਾਂ ਨੇ ਇਹਨਾਂ ਆਰਡੀਨੈਂਸਿਸ ਬਾਰੇ। ਤੇ ਹੁਣ ਤਾਂ ਕਹਿ ਲਓ ਵੀ ਉਹ ਜਿੱਦਾਂ ਕਹਿ ਦਈਏ ਵੀ ਹੁਣ ਸਮਝਦੇ ਹੀ ਲੇਟ ਹੋ ਗਏ, ਅਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ, ਅਸੀਂ ਵੀ ਦੌੜ ਕੇ ਰਲ ਜਾਈਏ ਕਿਸਾਨਾਂ ਦੇ ਨਾਲ। ਇਸ ਕਰਕੇ ਆਏ ਆ। ਰਾਹੁਲ ਗਾਂਧੀ ਨੂੰ ਐਜੀਟੇਸ਼ਨ ਨੂੰ ਤਾਂ ਸਟਾਰਟ ਹੋਏ ਨੂੰ ਕਈ ਮਹੀਨੇ ਹੋ ਗਏ। ਰਾਹੁਲ ਗਾਂਧੀ ਕੱਲ੍ਹ ਨੂੰ ਆ ਰਿਹਾ ਪੰਜਾਬ 'ਚ, ਪਹਿਲਾਂ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਏ? ਪਹਿਲਾਂ ਕਿਉਂ ਨਹੀਂ ਉਹਨਾਂ ਨੇ ਕੋਈ ਇੱਦਾਂ ਦਾ ਆਪਣਾ ਫੈਸਲਾ ਲਿਆ? ਇਹ ਤਾਂ ਹੁਣ ਸਿਰਫ ਆਪਣਾ ਜਿਹੜਾ ਹੈਗਾ ਆ ਉਹ ਆਪਣੇ ਰਸਮੀ ਤੌਰ ਤੇ ਉਹ ਸ਼ੋਅ ਕਰਨਾ ਚਾਹੁੰਦੇ ਆ ਕਿ ਅਸੀਂ ਵੀ ਕਿਸਾਨਾਂ ਨਾਲ ਖੜੇ ਆ। ਬਟ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੰਜਾਬ ਦੇ ਕਿਸਾਨ ਇਹ ਸਵਾਲ ਕਰ ਰਹੇ ਨੇ ਕਿ ਤੁਸੀਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਜਾ ਕੇ ਕਿਹਾ ਕਿ ਇਹ ਜਿਹੜੇ ਆਰਡੀਨੈਂਸ ਆ ਇਹ ਪੰਜਾਬ ਲਈ ਘਾਤਕ ਆ, ਕਿਸਾਨਾਂ ਲਈ ਘਾਤਕ ਆ, ਇਹਨੂੰ ਨਾ ਲੈ ਕੇ ਆਓ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਤਾਂ ਇਹ ਸਨ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਜਿਨ੍ਹਾਂ ਨਾਲ ਅਸੀਂ ਤਮਾਮ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਕੀਤੀ ਆ। ਜੋ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਆ, ਉਸ ਬਾਰੇ ਅਕਾਲੀ ਦਲ ਦੁਆਰਾ ਸਵਾਲ ਖੜੇ ਕੀਤੇ ਗਏ ਨੇ। ਤਾਂ ਫਿਲਹਾਲ ਹੁਣ ਤੱਕ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।